ਮੁਲਕ ਦੀ ਵੰਡ ਦੇ 76ਵੇਂ ਦਿਹਾੜੇ ਦੇ ਮੌਕੇ ਭਾਰਤ ਦੇ ਵਿੱਚ 30 ਕਰੋੜ ਝੰਡੇ ਵੇਚੇ ਗਏ ਅਤੇ 500 ਕਰੋੜ ਦਾ ਵਪਾਰ ਹੋਇਆ ਤੇ ਹੁਣ ਸਾਰਾ ਕੁਝ ਜਦੋਂ ਲੰਘ ਚੁੱਕਿਆ, ਮੁਹਿੰਮ ਵੀ ਸਫਲ ਹੋ ਗਈ ਹੈ ਤੇ ਇਹਨਾਂ ਤਿਰੰਗਿਆਂ ਦਾ ਆਖਿਰਕਾਰ ਕੀ ਹੋਊਗਾ, ਲੋਕ ਇਹਦਾ ਕੀ ਕਰਨਗੇ। ਅੱਜ ਆਪਾਂ ਪ੍ਰਾਈਮ ਟਾਈਮ ਦੇ ਵਿੱਚ ਇਸ ਗੱਲ ਤੇ ਚਰਚਾ ਕਰਾਂਗੇ ਕਿਉਂਕਿ ਲੋਕਾਂ ਦੇ ਮਨਾਂ ਦੇ ਵਿੱਚ ਬਹੁਤ ਸਾਰੇ ਸਵਾਲ ਉੱਠ ਰਹੇ ਨੇ। सत श्री अकाल जी। दा खालस टीवी देखने वाले देश दुनिया के साडे सारे दर्शकों का बहुत बहुत स्वागत है। प्राइम टाइम दे नाल मैं हरशरण कौर। कोई भी काम खुशी खुशी करन ते ओही काम किसी वल्लों धक्के नाल करवाउण दा स्वाद बिल्कुल उल्टा हुंदा है। खुशी नाल कीता कोई भी काम तुहानू अंदरों भर दिंदा है ते संतुष्टि दिंदा है, जबकि धक्के नाल करवाया कोई भी काम तुहानू अंदरों खामोश कर दिंदा है, खाली भी कर दिंदा है ते उस चीज़ जां फिर उस काम दे नालों दूर भी कर दिंदा है। गल झंडे दी करांगे। झंडा किसी भी मुल्क, कौम जां धर्म दा होवे, हर किसी नूं अपने झंडे नाल बड़ा प्यार हुंदा है। होवे भी क्यों ना, क्योंकि झंडा पछाण हुंदा है। ऐतकी सरकार ने मुल्क दे झंडे तिरंगे नूं जाहिर तौर ते अपने एजेंडे दे वांग वरत्या। मुल्क दे झंडे नाल किसी नूं कोई समस्या नहीं, किसी नूं कोई नफरत नहीं है। हर किसी नूं तिरंगा प्यारा लगदा है, लगदा सी ते लगदा रहेगा। पर जदों सियासतदान अपने एजेंडे दे वजों मुल्क दे कौमी चिन्हां नूं वरतना शुरू कर दिंदे ने तां लोकां दा मन खट्टा हो जांदा है। मुल्क दे सारे वर्गां दे सांझे तिरंगे झंडे नूं कुछ लोकां ने देश भगती पक्षों नहीं बल्कि धर्म दे पक्षों इस नूं वरतना शुरू कर दिता है। इंज पाड़े पाए जा रहे ने जिवें तिरंगा किसी खास धर्म दे लोकां दी जागीर होवे। इसे करके दूसरे धर्मां दे कुछ लोग किते ना किते झंडे तो अपनी दूरी है जिहड़ी ओह बनाउण लग पए ने ते इस गल दा बीज बीजण वाले बिना शक सियासतदान ने जिहड़े अपने सियासी हित पूरे करन लई किसी भी हद तक जा सकदे ने ते जांदे भी ने। खैर मसला यह है कि ऐतकी लोकां ने जिहड़े झंडे देश दी वंड दे दिहाड़े ते आज़ादी दे 76वें दिहाड़े ते लाए सन, उन्हां लखां करोड़ां झंडियां दा हुण की होऊगा। की सरकार ने झंडे लहराए जाण दी मुहिम खत्म जां फिर सफल होण तो बाद कोई प्रबंध कीता सी, बाद दे लई कोई प्रबंध कीता सी, पहलां कोई प्लान दित्ता सी? क्योंकि झंडे दा सन्मान बहुत जरूरी है। जिहड़े लोग अपने झंडे दा तां सन्मान करदे होण पर दूसरे दे झंडे नूं पैरां थल्ले लताड़दे होण जां फिर अग ला के साड़दे होण, ਉਹ नफरत ਦੇ ਨਾਲ ਭਰੇ ਹੁੰਦੇ ਨੇ। ਉਹਨਾਂ ਦਾ ਧਰਮ ਨਾਲ ਸਾਂਝ ਤੇ ਪਿਆਰ ਦੇ ਨਾਲ ਕੋਈ ਵੀ ਵਾਹ ਵਾਸਤਾ ਨਹੀਂ ਹੁੰਦਾ। ਸੋ ਐਤਕੀ ਭਾਰਤ ਸਰਕਾਰ ਦੇ ਵੱਲੋਂ ਮੁਲਕ ਦੇ 76ਵੇਂ ਆਜ਼ਾਦੀ ਦਿਹਾੜੇ ਨੂੰ ਅੰਮ੍ਰਿਤ ਮਹੋਤਸਵ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਹੈ। 13 ਅਗਸਤ ਤੋਂ 15 ਅਗਸਤ ਦੇ ਵਿਚਾਲੇ ਪੂਰੇ ਦੇਸ਼ ਵਿੱਚ ਮੋਦੀ ਸਰਕਾਰ ਦੀ ਹਰ ਘਰ ਤਿਰੰਗਾ ਮੁਹਿੰਮ ਇਸ ਕੜੀ ਦਾ ਅਹਿਮ ਹਿੱਸਾ ਸੀ, ਜਿਸ ਦਾ ਪੂਰੇ ਭਾਰਤ ਵਿੱਚ ਅਸਰ ਵੇਖਣ ਨੂੰ ਮਿਲਿਆ। ਹਾਲਾਂਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਪੰਜਾਬ ਵਿੱਚ ਤਿਰੰਗੇ ਦੇ ਨਾਲ-ਨਾਲ ਖਾਲਸਾਈ ਨਿਸ਼ਾਨ ਵੀ ਘਰਾਂ ਦੇ ਬਾਹਰ ਵੱਡੀ ਗਿਣਤੀ ਵਿੱਚ ਨਜ਼ਰ ਆਏ। ਇਸ ਨੂੰ ਵੀ ਲੋਕਾਂ ਨੇ ਮੁਹਿੰਮ ਦੇ ਵਾਂਗ ਹੀ ਲਿਆ। ਪਰ ਹੁਣ ਤਿਰੰਗਾ ਮੁਹਿੰਮ ਦੀ ਸਫਲਤਾ ਤੋਂ ਬਾਅਦ ਲੋਕਾਂ ਦੇ ਮਨਾਂ ਵਿੱਚ ਕੁਝ ਸਵਾਲ ਉੱਠ ਰਹੇ ਨੇ ਕਿ ਹੁਣ ਕਰੋੜਾਂ ਤਿਰੰਗਿਆਂ ਦਾ ਕੀ ਹੋਵੇਗਾ। ਕੀ ਝੰਡੇ ਘਰਾਂ ਦੇ ਬਾਹਰ ਇਸੇ ਤਰ੍ਹਾਂ ਲੱਗੇ ਰਹਿ ਸਕਦੇ ਨੇ? ਕਿ ਹਰ ਕੋਈ ਆਪਣੇ ਘਰ ਦੇ ਬਾਹਰ ਝੰਡੇ ਲਾ ਸਕਦਾ ਹੈ? ਝੰਡੇ ਨੂੰ ਲੈ ਕੇ ਮੁਲਕ ਦੇ ਵਿੱਚ ਕੀ ਕਾਨੂੰਨ ਹੈ? ਝੰਡੇ ਦੀ ਬੇਅਦਬੀ ਨਾ ਹੋਵੇ, ਇਸ ਦੇ ਲਈ ਹੁਣ ਜਨਤਾ ਨੂੰ ਕੀ ਕਰਨਾ ਚਾਹੀਦਾ ਹੈ? ਉਹ ਸਵਾਲ ਨੇ ਜੋ ਬਹੁਤ ਸਾਰੇ ਲੋਕਾਂ ਦੀ ਜ਼ੁਬਾਨ ਤੇ ਨੇ ਤੇ ਇਹਨਾਂ ਦਾ ਜਵਾਬ ਲੈ ਕੇ ਕੁਝ ਸੰਸਥਾਵਾਂ ਸਾਹਮਣੇ ਆਈਆਂ ਨੇ, ਪਰ ਉਹ ਲੋਕ ਜ਼ਰੂਰ ਗਾਇਬ ਨੇ ਜਿਨ੍ਹਾਂ ਨੇ ਸਿਰਫ ਸਿਆਸੀ ਏਜੰਡੇ ਦੇ ਤਹਿਤ ਇਸ ਮੁਹਿੰਮ ਨੂੰ ਵੱਧ ਚੜ ਕੇ ਪ੍ਰਚਾਰਿਆ ਤੇ ਝੰਡੇ ਦੀ ਸਾਂਭ ਸੰਭਾਲ ਬਾਅਦ ਚੋਂ ਕਿਵੇਂ ਕਰਨੀ ਹੈ ਉਹਦੇ ਲਈ ਕੋਈ ਪਲਾਨ ਨਹੀਂ ਦਿੱਤਾ। ਅਸੀਂ ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ, ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਹਰ ਘਰ ਤਿਰੰਗਾ ਮੁਹਿੰਮ ਹੈ ਜਿਹੜੀ ਉਹ ਸਫਲ ਹੋਈ ਹੈ ਜਾਂ ਫਿਰ ਨਹੀਂ ਹੋਈ। ਕੇਂਦਰ ਸਰਕਾਰ ਨੇ ਦੇਸ਼ ਦੇ ਲੋਕਾਂ ਨੂੰ ਇੱਕ ਝੰਡੇ ਹੇਠਾਂ ਲਿਆਉਣ ਦੇ ਲਈ ਪੂਰੇ ਦੇਸ਼ ਦੇ ਵਿੱਚ ਹਰ ਘਰ ਤਿਰੰਗਾ ਮੁਹਿੰਮ ਸ਼ੁਰੂ ਕੀਤੀ। 130 ਕਰੋੜ ਦੀ ਆਬਾਦੀ ਵਾਲੇ ਮੁਲਕ ਦੇ ਵਿੱਚ ਬਹੁਤ ਸਾਰੇ ਲੋਕਾਂ ਨੇ ਆਪਣੇ ਘਰਾਂ ਤੇ ਤਿਰੰਗਾ ਲਹਿਰਾਇਆ। ਹਾਲਾਂਕਿ ਕਿੰਨੇ ਲੋਕਾਂ ਨੇ ਲਹਿਰਾਇਆ ਇਸ ਦੇ ਸਹੀ ਅੰਕੜੇ ਤਾਂ ਸਾਹਮਣੇ ਨਹੀਂ ਆਏ, ਪਰ ਡਿਜੀਟਲ ਅੰਕੜਿਆਂ ਤੋਂ ਮੁਹਿੰਮ ਦੀ ਸਫਲਤਾ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਪਚੱਦੇ ਭਾਰਤ ਨੂੰ ਤਿਰੰਗਾ ਲਹਿਰਾ ਕੇ ਸੈਲਫੀ ਅਪਲੋਡ ਕਰਨ ਤੇ ਤਿਰੰਗੇ ਵੇਚਣ ਤੇ ਖਰੀਦਣ ਦੇ ਲਈ ਮਜਬੂਰ ਵੀ ਕੀਤਾ ਗਿਆ।
ਇਹਨਾਂ ਦੇ ਵਿੱਚ ਕੁਝ ਗਰੀਬ ਲੋਕ ਸਨ ਜਿਨ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਨ੍ਹਾਂ ਨੂੰ ਆਟਾ ਦਾਲ ਜੇ ਲੈਣੀ ਹੈ ਉਹਦੇ ਲਈ ਸ਼ਰਤ ਰੱਖੀ ਗਈ ਕਿ ਜੇ ਮੁਫਤ ਅਨਾਜ ਲੈਣਾ ਹੈ ਤਾਂ ਤਿਰੰਗਾ ਖਰੀਦਣਾ ਪਊਗਾ 20 ਰੁਪਏ ਦੇ ਕੇ। ਇੱਕ ਸੂਬੇ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਸਨ ਜਿਸ ਨੂੰ ਬੀਜੇਪੀ ਦੇ ਹੀ ਐਮਪੀ ਵਰੁਣ ਗਾਂਧੀ ਨੇ ਸਾਂਝਾ ਕੀਤਾ ਸੀ, ਆਪਣੀ ਹੀ ਸਰਕਾਰ ਤੇ ਸਵਾਲ ਚੁੱਕੇ ਸਨ। ਤੇ ਦੂਸਰਾ ਉਹ ਵਰਗ ਹੈ ਇਹਨਾਂ ਪਚੱਦੇ ਲੋਕਾਂ ਦੇ ਵਿੱਚ ਜਿਹੜੇ ਮੁਲਾਜ਼ਮ ਨੇ, ਜਿਹੜੇ ਸਰਕਾਰੀ ਮੁਲਾਜ਼ਮ ਨੇ ਜਾਂ ਫਿਰ ਸਕੂਲਾਂ ਕਾਲਜਾਂ ਦੇ ਵਿੱਚ ਕੰਮ ਕਰਦੇ ਨੇ, ਉਹਨਾਂ ਸਾਰਿਆਂ ਨੂੰ ਵੀ ਇਹ ਚਿੱਠੀਆਂ ਕੱਢੀਆਂ ਗਈਆਂ ਕਿ ਤੁਸੀਂ ਆਪਣੇ ਘਰ ਤੇ ਜਾ ਕੇ ਤਿਰੰਗਾ ਲਹਿਰਾਉਣਾ ਹੈ, ਉਹਦੀ ਸੈਲਫੀ ਅਪਲੋਡ ਕਰਨੀ ਹੈ, ਇੰਨੇ ਤਿਰੰਗੇ ਵੇਚਣੇ ਨੇ ਲੋਕਾਂ ਨੂੰ। ਸੋ ਇੱਕ ਟਾਰਗੇਟ ਜਿਹੜਾ ਉਹ ਲੋਕਾਂ ਨੂੰ ਦਿੱਤਾ ਗਿਆ ਸੀ। तो ये बोले झंडा ले लो, झंडा मैं नहीं लेना चाहता। जब मैंने राशन लेना है मेरे पास पैसे ही नहीं है। अब मैंने कहीं 10-20 बंदों से पैसे मांगे, बोले भाई हमारी मजदूरी नहीं लगी है, मैं पैसे कहाँ से लाऊंगा। 125 लेवाई हमारे राशन के, वहाँ पूरे लेकर आई यू राशन पर लिख रखे 20 रुपये भाई फिर देंगे, महीने पर देने पड़ेंगे। अरे इसका 5 किलो आटा 5 किलो राशन काट लिया, जो मेरा झंडा दिया ही 5 किलो राशन काट दिया, पैसे नहीं थे मेरे पास, ये झंडा दे दिया, अभी 5 किलो राशन काट लिया। ਖੈਰ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਦੇ ਅੰਕੜੇ ਜੇ ਦੇਖ ਲਈਏ ਤਾਂ ਉਹਨਾਂ ਦੇ ਮੁਤਾਬਿਕ 6 ਕਰੋੜ ਲੋਕਾਂ ਨੇ ਹਰ ਘਰ ਤਿਰੰਗਾ ਮੁਹਿੰਮ ਦੇ ਤਹਿਤ ਝੰਡੇ ਨਾਲ ਆਪਣੀ ਸੈਲਫੀ ਅਪਲੋਡ ਕੀਤੀ। ਇਹ ਤਾਂ ਤੈਅ ਹੀ ਹੈ ਕਿ ਜਿਨ੍ਹਾਂ ਨੇ ਸੈਲਫੀ ਲੋਡ ਕੀਤੀ ਉਹਨਾਂ ਨੇ ਫਿਜ਼ੀਕਲ ਤੌਰ ਤੇ ਵੀ ਆਪਣੇ ਘਰਾਂ ਤੇ ਝੰਡੇ ਜ਼ਰੂਰ ਲਹਿਰਾਏ ਹੋਣਗੇ। ਇਸ ਤੋਂ ਇਲਾਵਾ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੇ ਜ਼ਰੀਏ ਵੀ ਹਰ ਘਰ ਤਿਰੰਗਾ ਪਹੁੰਚਾਇਆ ਗਿਆ। ਬੱਚਿਆਂ ਨੂੰ ਪਰਿਵਾਰ ਦੇ ਨਾਲ ਝੰਡਾ ਘਰ ਦੇ ਬਾਹਰ ਲਹਿਰਾਉਣ ਦੀ ਫੋਟੋ ਵੀ ਸਕੂਲ ਪ੍ਰਸ਼ਾਸਨ ਨੂੰ ਜਮ੍ਹਾਂ ਕਰਵਾਉਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਸੱਭਿਆਚਾਰਕ ਮੰਤਰਾਲੇ ਦੇ ਵੱਲੋਂ ਡੇਟਾ ਨੂੰ ਇਕੱਠਾ ਕਰਕੇ ਸਹੀ ਅੰਕੜੇ ਨੇ ਜਿਹੜੇ ਉਹ ਹਾਲੇ ਦਿੱਤੇ ਜਾਣੇ ਬਾਕੀ ਨੇ। ਤੇ ਇਸ ਤੋਂ ਇਲਾਵਾ ਦੁਕਾਨਦਾਰਾਂ ਦੇ ਲਈ ਐਤਕੀ ਦਾ ਆਜ਼ਾਦੀ ਦਿਹਾੜਾ ਕਿਸੇ ਤਿਉਹਾਰ ਤੋਂ ਘੱਟ ਨਹੀਂ ਸੀ, ਕਿਉਂਕਿ ਤਕਰੀਬਨ ਹਰ ਦੁਕਾਨਦਾਰ ਨੇ ਤਿਰੰਗੇ ਦੇ ਨਾਲ ਆਪਣੀਆਂ ਦੁਕਾਨਾਂ ਨੂੰ ਵੀ ਸਜਾਇਆ ਅਤੇ ਦੁਕਾਨਾਂ ਤੇ ਤਿਰੰਗੇ ਵੇਚੇ ਵੀ। ਫਿਲਹਾਲ ਅੰਕੜੇ ਤਾਂ ਸਾਹਮਣੇ ਨਹੀਂ ਆਏ, ਪਰ ਵਪਾਰੀਆਂ ਦੀ ਸਭ ਤੋਂ ਵੱਡੀ ਜਥੇਬੰਦੀ CAIT ਦੇ ਮੁਤਾਬਿਕ 15 ਅਗਸਤ ਦੇ ਮੌਕੇ ਦੇਸ਼ ਦੇ ਵਪਾਰੀਆਂ ਨੇ 30 ਕਰੋੜ ਝੰਡੇ ਵੇਚੇ ਤੇ ਤਕਰੀਬਨ 500 ਕਰੋੜ ਦਾ ਵਪਾਰ ਕੀਤਾ। ਇਹਨਾਂ ਸਾਰੇ ਅੰਕੜਿਆਂ ਦੇ ਨਾਲ ਸਾਬਿਤ ਹੁੰਦਾ ਹੈ ਕਿ ਹਰ ਘਰ ਤਿਰੰਗਾ ਮੁਹਿੰਮ ਹੈ ਜਿਹੜੀ ਉਹ ਸਫਲ ਰਹੀ ਹੈ। ਸੋ ਜਿਹੜੇ ਸਵਾਲ ਸ਼ੁਰੂਆਤ ਦੇ ਵਿੱਚ ਆਪਾਂ ਦੱਸੇ ਸੀ ਕਿ ਤਿਰੰਗੇ ਨੂੰ ਹੁਣ ਕਿਵੇਂ ਸਾਂਭ ਕੇ ਰੱਖਣਾ ਹੈ, ਤੁਸੀਂ ਤਿਰੰਗੇ ਦਾ ਕੀ ਕਰ ਸਕਦੇ ਹੋ, ਇਸ ਦਾ ਜਵਾਬ ਲੈ ਕੇ ਇੱਕ ਸੰਸਥਾ ਮੂਹਰੇ ਆਈ ਹੈ ਜਿਸ ਦੀ ਤੁਸੀਂ ਮਦਦ ਵੀ ਲੈ ਸਕਦੇ ਹੋ। ਯੂਪੀ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਵੀ ਆਪਣੇ ਟਵੀਟ ਦੇ ਵਿੱਚ ਇੱਕ ਪੋਸਟ ਸ਼ੇਅਰ ਕੀਤੀ ਜਿਹਦੇ ਵਿੱਚ ਲਿਖਿਆ ਸੀ ਕਿ 15 ਅਗਸਤ ਦੇ ਬਾਅਦ ਝੰਡੇ ਦਾ ਹੁਣ ਤੁਸੀਂ ਕੀ ਕਰੋਗੇ। ਇਹ ਸਵਾਲ ਸਾਰਿਆਂ ਦੇ ਮਨਾਂ ਵਿੱਚ ਸੀ। ਲਾ ਮਾਰਟਨੀਅਰ ਗਰਲਜ਼ ਕਾਲਜ ਲਖਨਊ ਨੇ ਇਸ ਦਾ ਹੁਣ ਹੱਲ ਦੇ ਦਿੱਤਾ ਹੈ ਅਤੇ ਕਿਹਾ ਕਿ ਅਸੀਂ ਪੂਰੇ ਦੇਸ਼ ਦੇ ਵਿੱਚੋਂ ਤਿਰੰਗਾ ਇਕੱਠਾ ਕਰ ਰਹੇ ਹਾਂ। ਤੁਸੀਂ ਚਾਹੋ ਤਾਂ ਡਾਕ ਦੇ ਜ਼ਰੀਏ ਇਸ ਕਾਲਜ ਨੂੰ ਝੰਡੇ ਭੇਜ ਵੀ ਸਕਦੇ ਹੋ ਜਾਂ ਫਿਰ ਕਾਲਜ ਦੇ ਗੇਟ ਤੇ ਵੀ ਜਮ੍ਹਾਂ ਕਰਵਾ ਸਕਦੇ ਹੋ। ਤੇ ਇਸ ਕਾਲਜ ਦੇ ਵੱਲੋਂ ਜੋ ਉਪਰਾਲਾ ਕੀਤਾ ਗਿਆ ਹੈ ਝੰਡੇ ਨੂੰ ਸਨਮਾਨ ਦੇ ਨਾਲ ਸਾਂਭਣ ਦਾ, ਉਹ ਜਿਹੜਾ ਉਸ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ। ਪਰ ਕੀ ਇਹ ਸਵਾਲ ਆਪਾਂ ਚੁੱਕ ਨਹੀਂ ਸਕਦੇ ਕਿ ਕੀ ਉਹਨਾਂ ਪਾਰਟੀਆਂ ਤੇ ਆਗੂਆਂ ਨੂੰ ਵੀ ਅੱਗੇ ਨਹੀਂ ਆਉਣਾ ਚਾਹੀਦਾ ਜਿਨ੍ਹਾਂ ਨੇ ਹਰ ਘਰ ਤਿਰੰਗਾ ਮੁਹਿੰਮ ਨੂੰ ਸਿਰਫ ਆਪਣੀ ਪਾਰਟੀ ਦੇ ਏਜੰਡੇ ਦੇ ਤੌਰ ਤੇ ਚਲਾਇਆ, ਕਿਉਂਕਿ ਝੰਡਾ ਲਹਿਰਾਉਣ ਦੇ ਜਿਸ ਅਧਿਕਾਰ ਦੇ ਨਾਲ ਉਹਨਾਂ ਨੇ ਲੰਬੀਆਂ ਤਕਰੀਰਾਂ ਦਿੱਤੀਆਂ, ਉਸੇ ਤਰ੍ਹਾਂ ਉਹਨਾਂ ਨੇ ਤਿਰੰਗੇ ਨੂੰ ਸਾਂਭਣ ਦੇ ਲਈ ਆਪਣੀ ਕੋਈ ਡਿਊਟੀ ਨਹੀਂ ਦਿੱਤੀ ਜਿਹੜੀ ਕਿ ਦਿੱਤੀ ਜਾਣੀ ਚਾਹੀਦੀ ਸੀ। ਸਿਰਫ ਇੰਨਾ ਹੀ ਨਹੀਂ, ਕੇਂਦਰ ਅਤੇ ਸੂਬਾ ਸਰਕਾਰਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਦੇਸ਼ ਦੇ ਵਿੱਚ ਤਿਰੰਗੇ ਨੂੰ ਲੈ ਕੇ ਜਿਹੜਾ ਕਾਨੂੰਨ ਬਣਿਆ ਹੋਇਆ ਹੈ ਉਸ ਦੀ ਵੀ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਕਿ ਸਰਕਾਰਾਂ ਨੇ ਤਾਂ ਤਿਰੰਗਾ ਸਾਂਭਣਾ ਨਹੀਂ, ਪਰ ਤੁਸੀਂ ਕੀ ਕਰ ਸਕਦੇ ਹੋ। ਦੇਸ਼ ਦਾ ਕਾਨੂੰਨ ਮਨਜ਼ੂਰੀ ਦਿੰਦਾ ਹੈ ਕਿ ਲੋਕ ਆਪਣੇ ਪੱਧਰ ਤੇ ਝੰਡੇ ਨੂੰ ਨਸ਼ਟ ਵੀ ਕਰ ਸਕਦੇ ਨੇ। ਕੁਝ ਲੋਕਾਂ ਦੇ ਮਨਾਂ ਦੇ ਵਿੱਚ ਹਰ ਘਰ ਤਿਰੰਗਾ ਮੁਹਿੰਮ ਨੂੰ ਲੈ ਕੇ ਗਲਤ ਜਾਣਕਾਰੀ ਵੀ ਫੈਲਾਈ ਗਈ ਹੈ ਕਿ 13 ਅਗਸਤ ਤੋਂ 15 ਅਗਸਤ ਦੇ ਵਿਚਾਲੇ ਹੀ ਤੁਸੀਂ ਤਿਰੰਗਾ ਘਰਾਂ ਦੇ ਬਾਹਰ ਲਾ ਸਕਦੇ ਹੋ, ਉਸ ਤੋਂ ਬਾਅਦ ਤੁਹਾਨੂੰ ਉਤਾਰਨਾ ਪਵੇਗਾ। ਪਰ ਕੇਂਦਰ ਤੇ ਸੂਬਾ ਸਰਕਾਰਾਂ ਦੇ ਵੱਲੋਂ ਅਜਿਹੇ ਕੋਈ ਦਿਸ਼ਾ ਨਿਰਦੇਸ਼ ਜਾਰੀ ਨਹੀਂ ਕੀਤੇ ਗਏ। ਤੁਸੀਂ ਪੂਰਾ ਸਾਲ, ਪੂਰੀ ਜ਼ਿੰਦਗੀ ਆਪਣੇ ਘਰ ਤੇ ਕੋਈ ਵੀ ਝੰਡਾ ਲਹਿਰਾ ਸਕਦੇ ਹੋ। ਜਨਤਕ ਥਾਵਾਂ ਤੇ ਵੀ ਝੰਡਾ ਲਹਿਰਾਇਆ ਜਾ ਸਕਦਾ ਹੈ। ਸੁਪਰੀਮ ਕੋਰਟ ਨੇ 2004 ਦੇ ਵਿੱਚ ਇੱਕ ਫੈਸਲੇ ਦੇ ਵਿੱਚ ਨਾਗਰਿਕਾਂ ਨੂੰ ਅਧਿਕਾਰ ਦਿੱਤਾ ਸੀ ਕਿ ਤੁਸੀਂ ਆਪਣੇ ਘਰਾਂ ਦੇ ਉੱਤੇ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਝੰਡਾ ਲਹਿਰਾ ਸਕਦੇ ਹੋ। ਤੇ ਉਸ ਵਰਡਿਕਟ ਦੇ ਵਿੱਚ ਇਹ ਵੀ ਸਾਫ਼-ਸਾਫ਼ ਤੌਰ ਤੇ ਲਿਖਿਆ ਹੋਇਆ ਹੈ ਕਿ ਮਜਬੂਰੀ ਦੇ ਨਾਲ ਤੁਸੀਂ ਕੋਈ ਵੀ ਝੰਡਾ ਜਿਹੜਾ ਨਹੀਂ ਲਹਿਰਾ ਸਕਦੇ, ਯਾਨੀ ਕਿ ਤੁਹਾਨੂੰ ਝੰਡਾ ਲਹਿਰਾਉਣ ਲਈ ਮਜਬੂਰ ਨਹੀਂ ਕੀਤਾ ਜਾ ਸਕਦਾ। ਕੋਈ ਵੀ ਤੁਹਾਡੇ ਤੇ ਥੋਪ ਨਹੀਂ ਸਕਦਾ ਕਿ ਤੁਸੀਂ ਇਹ ਝੰਡਾ ਲਹਿਰਾਉਣਾ ਹੈ। ਯਾਨੀ ਕਿ ਕਿਸੇ ਵੀ ਝੰਡੇ ਦੀ ਆਪਾਂ ਗੱਲ ਕਰ ਰਹੇ ਹਾਂ, ਝੰਡੇ ਨੂੰ ਲੈ ਕੇ ਜੋ ਕਾਨੂੰਨ ਬਣਿਆ ਹੋਇਆ ਹੈ। ਸੋ ਇਹ ਗੱਲ ਤਾਂ ਹੁਣ ਸਾਫ਼ ਹੋ ਚੁੱਕੀ ਹੈ ਕਿ 13 ਤੋਂ 15 ਅਗਸਤ ਤੱਕ ਜਿਹਨੇ ਜਿਹੜੇ ਵੀ ਝੰਡੇ ਲਹਿਰਾਏ ਨੇ ਤੇ ਉਹਨਾਂ ਨੂੰ ਲਾਉਣ ਦੇ ਲਈ ਕਿਹਾ ਜਾਏਗਾ। ਕਾਨੂੰਨ ਇਸ ਦੀ ਇਜਾਜ਼ਤ ਨਹੀਂ ਦਿੰਦਾ। ਪਰ ਜੇ ਝੰਡਾ ਤੇਜ਼ ਹਵਾ ਦੇ ਵਿੱਚ ਉੱਡ ਜਾਵੇ, ਗੰਦਾ ਹੋ ਜਾਵੇ, ਫਟ ਜਾਵੇ ਤਾਂ ਫਲੈਗ ਕੋਡ 2022 ਭਾਰਤੀ ਕਾਨੂੰਨ ਦੇ ਮੁਤਾਬਿਕ ਝੰਡੇ ਨੂੰ ਨਸ਼ਟ ਵੀ ਕੀਤਾ
ਕੀਤਾ ਜਾ ਸਕਦਾ ਹੈ। 2002 ਦੇ ਵਿੱਚ ਝੰਡੇ ਨੂੰ ਲੈ ਕੇ ਕਾਨੂੰਨ ਬਣਿਆ ਸੀ, 2021 ਦੇ ਵਿੱਚ ਕਾਨੂੰਨ ਨੂੰ ਸੋਧਿਆ ਗਿਆ। ਫਲੈਗ ਕੋਡ ਦੇ ਤਹਿਤ ਤੁਸੀਂ ਇਸ ਨੂੰ ਨਸ਼ਟ ਕਰ ਸਕਦੇ ਹੋ, ਪਰ ਨਸ਼ਟ ਕਿਸ ਤਰ੍ਹਾਂ ਕਰਨਾ ਹੈ ਇਸ ਬਾਰੇ ਕੋਈ ਸਪਸ਼ਟ ਗਾਈਡਲਾਈਨ ਨਹੀਂ ਹੈ ਕਿ ਕੀ ਤੁਸੀਂ ਝੰਡੇ ਨੂੰ ਅੱਗ ਲਾ ਕੇ ਜਿਵੇਂ ਸੰਸਕਾਰ ਕਰੀਦਾ ਉਵੇਂ ਕਰ ਸਕਦੇ ਹੋ ਜਾਂ ਫਿਰ ਕਿਸ ਤਰੀਕੇ ਦੇ ਨਾਲ। ਗਾਈਡਲਾਈਨ ਸਪਸ਼ਟ ਨਹੀਂ ਹੈ, ਪਰ ਤੁਸੀਂ ਨਸ਼ਟ ਕਰ ਸਕਦੇ ਹੋ। ਹਾਲਾਂਕਿ ਮਾਹਿਰ ਜ਼ਰੂਰ ਇਹ ਕਹਿੰਦੇ ਨੇ ਕਿ ਤੁਸੀਂ ਇਸ ਝੰਡੇ ਨੂੰ ਸਾੜ ਕੇ ਨਸ਼ਟ ਕਰ ਸਕਦੇ ਹੋ, ਪਰ ਇਹ ਜ਼ਰੂਰ ਧਿਆਨ ਰੱਖਣਾ ਪਊਗਾ ਕਿ ਤੁਹਾਡੇ ਜਿਹੜਾ ਝੰਡੇ ਨੂੰ ਤੁਹਾਡੇ ਵੱਲੋਂ ਸਾੜਦਿਆਂ ਦੀ ਜਿਹੜੀ ਵੀਡੀਓ ਹੈ ਉਹ ਬਣਾ ਕੇ ਕਿਤੇ ਇਸ ਨੂੰ ਕੋਈ ਵਾਇਰਲ ਨਾ ਕਰ ਦੇਵੇ, ਤਾਂ ਫਿਰਕੂ ਅੱਗ ਵੀ ਭੜਕ ਸਕਦੀ ਹੈ। ਇਹੋ ਜਿਹੀਆਂ ਗੱਲਾਂ ਵੀ ਫੈਲਾਈਆਂ ਜਾ ਸਕਦੀਆਂ ਨੇ ਕਿ ਇਹ ਬੰਦਾ ਤਿਰੰਗੇ ਨੂੰ ਸਾੜ ਰਿਹਾ ਹੈ, ਇਹ ਬੰਦਾ ਇਸ ਝੰਡੇ ਨੂੰ ਸਾੜ ਰਿਹਾ ਹੈ। ਉਸ ਤੋਂ ਬਾਅਦ ਲੋਕਾਂ ਦੀਆਂ ਭਾਵਨਾਵਾਂ ਨੇ ਜਿਹੜੀਆਂ ਉਹ ਭੜਕ ਸਕਦੀਆਂ ਨੇ। ਸੋ ਬਿਹਤਰ ਹੁੰਦਾ ਹੈ ਕਿ ਜੇ ਕਿਸੇ ਦੇ ਘਰੇ ਕੋਈ ਵੀ ਝੰਡਾ ਲੱਗਿਆ ਹੋਇਆ ਤਾਂ ਉਸ ਨੂੰ ਤੁਸੀਂ ਆਪਣੇ ਘਰ ਦੇ ਵਿੱਚ ਹੀ ਸਾੜ ਦਿਓ। ਤੇ ਇੱਥੇ ਸਪਸ਼ਟ ਇਹ ਵੀ ਕਰ ਦਈਏ ਕਿ ਨਸ਼ਟ ਕਰਨ ਦਾ ਮਤਲਬ ਬੇਅਦਬੀ ਨਹੀਂ ਹੈ, ਸਨਮਾਨ ਹੀ ਹੈ, ਕਿਉਂਕਿ ਜੇ ਕੋਈ ਚੀਜ਼ ਖਤਮ ਹੋ ਜਾਂਦੀ ਹੈ ਤਾਂ ਉਸ ਨੂੰ ਨਸ਼ਟ ਕਰਨਾ ਬੜਾ ਜ਼ਰੂਰੀ ਹੁੰਦਾ ਹੈ, ਕਿਉਂਕਿ ਫਟਿਆ ਹੋਇਆ ਝੰਡਾ ਕਿਸੇ ਬੇਅਦਬੀ ਦਾ ਸ਼ਿਕਾਰ ਨਾ ਹੋਵੇ। ਇਸ ਲਈ ਹਰ ਇੱਕ ਉਹ ਚੀਜ਼ ਜਿਹੜੀ ਸਨਮਾਨ ਵਾਲੀ ਹੁੰਦੀ ਹੈ ਉਸ ਨੂੰ ਆਪੋ ਆਪਣੇ ਤਰੀਕੇ ਦੇ ਨਾਲ ਨਸ਼ਟ ਕਰਨਾ ਬੜਾ ਜ਼ਰੂਰੀ ਹੁੰਦਾ ਹੈ। ਸੋ ਪ੍ਰਾਈਮ ਟਾਈਮ ਦੇ ਵਿੱਚ ਜਿਹੜੀ ਝੰਡੇ ਨੂੰ ਲੈ ਕੇ ਆਪਾਂ ਚਰਚਾ ਕੀਤੀ ਹੈ, ਉਸ ਤੋਂ ਇੱਕ ਗੱਲ ਤਾਂ ਇਹ ਸਪਸ਼ਟ ਹੁੰਦੀ ਹੈ ਕਿ ਸਾਡੇ ਮੁਲਕ ਦੇ ਵਿੱਚ ਕੋਈ ਚੀਜ਼ ਜਿਹੜੀ ਸ਼ੁਰੂ ਕੀਤੀ ਜਾਂਦੀ ਹੈ, ਮੁਹਿੰਮ ਹੈ ਜਾਂ ਕੁਝ ਵੀ ਕੋਈ ਵੀ ਚੀਜ਼ ਹੈ ਜਿਹੜੀ ਸ਼ੁਰੂ ਕੀਤੀ ਜਾਂਦੀ ਹੈ, ਉਸ ਨੂੰ ਸ਼ੁਰੂ ਕਰਨ ਤੋਂ ਬਾਅਦ ਛੱਡ ਦਿੱਤਾ ਜਾਂਦਾ ਹੈ, ਉਸ ਨੂੰ ਇੱਕ ਕੰਪਲੀਟ ਪ੍ਰੋਸੈਸ ਦੇ ਰਾਹੀਂ ਜਿਹੜਾ ਕੰਪਲੀਟ ਨਹੀਂ ਕੀਤਾ ਜਾਂਦਾ, ਮੁਕੰਮਲ ਨਹੀਂ ਕੀਤਾ ਜਾਂਦਾ। ਸੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਆਪਣੀ ਰਾਏ ਹੈ ਜਿਹੜੀ ਉਹ ਰੱਖ ਸਕਦੇ ਹੋ। ਪ੍ਰਾਈਮ ਟਾਈਮ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਧੰਨਵਾਦ।